ਮਸੀਹੀ ਤਾਲੀਮ ਦੇ ਸਾਰੇ ਹੀ ਬੱਚਿਆਂ ਨੂੰ ਜੈ ਯਿਸੂ ਮਸੀਹ ਦੀ। ਤੁਸੀਂ ਸਾਰੇ ਕਿਵੇਂ ਹੋ? ਮੈਨੂੰ ਆਸ਼ਾ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋ। ਜਿਵੇਂ ਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਅਧਿਆਇ 4 ਦੇ ਬਾਰੇ ਪੜ੍ਹਿਆ ਸੀ, ਜਿਸ ਵਿੱਚ ਅਸੀਂ ਅਯੂਬ ਦੀ ਕਹਾਣੀ ਸੁਣੀ ਸੀ। ਅੱਜ ਅਸੀਂ ਤੁਹਾਡੀ ਪੁਸਤਕ ਪਵਿੱਤਰ ਬਾਈਬਲ ਦਾ ਇਤਿਹਾਸ, ਇਜ਼ਰਾਈਲੀਆਂ ਦੀ ਮੁਕਤੀ ਦਾ ਸਫ਼ਰ, ਯਿਸੂ ਦੇ ਨਾਲ ਚੱਲਣਾ, 6ਵੀਂ ਜਮਾਤ ਦੀ ਪੁਸਤਕ ਅਤੇ ਉਸ ਦਾ ਅਧਿਆਇ 5ਵਾਂ ਨਿਆਂ ਅਧਿਕਾਰੀ ਦੇ ਬਾਰੇ ਪੜ੍ਹਨ ਜਾ ਰਹੇ ਹਾਂ। ਮੈਨੂੰ ਆਸ਼ਾ ਹੈ ਕਿ ਤੁਸੀਂ ਸਾਰੇ ਬੜੇ ਹੀ ਧਿਆਨ ਦੇ ਨਾਲ ਇਸ ਅਧਿਆਇ ਨੂੰ ਸੁਣੋਗੇ। ਅਧਿਆਇ 5ਵਾਂ, ਪੇਜ ਨੰਬਰ 27। ਨਿਆਂ ਅਧਿਕਾਰੀ। ਇਹ ਉਹ ਲੋਕ ਸਨ ਜਿਨ੍ਹਾਂ ਨੇ ਖੁਦਾ ਨੇ ਸਮੇਂ-ਸਮੇਂ 'ਤੇ ਜ਼ਾਹਰ ਕੀਤਾ ਕਿ ਉਹ ਉਸ ਦੀ ਚੁਣੀ ਹੋਈ ਕੌਮ ਨੂੰ ਪਰਾਈਆਂ ਕੌਮਾਂ ਦੇ ਜ਼ੁਲਮ ਤੋਂ ਛੁਡਾਉਣ। ਯਹੋਸ਼ੂਆ ਦੀ ਹਕੂਮਤ ਦੇ ਬਾਅਦ ਲਗਭਗ 40 ਸਾਲ ਤੱਕ ਇਜ਼ਰਾਈਲ ਸਰਦਾਰ ਪੁਰੋਹਿਤਾਂ ਦੀ ਹਕੂਮਤ ਥੱਲੇ ਰਹੇ ਅਤੇ ਹੁਕਮਾਂ 'ਤੇ ਚੱਲਦੇ ਰਹੇ। ਅਤਨੀਏਲ, ਯਹੂਦ ਅਤੇ ਸਮਗਰ, ਜਿੰਨਾ ਚਿਰ ਉਹ ਬਜ਼ੁਰਗ ਜਿਉਂਦੇ ਰਹੇ, ਜਿਨ੍ਹਾਂ ਨੇ ਵੇਖਿਆ ਸੀ ਕਿ ਖੁਦਾ ਨੇ ਕਿੰਨੇ ਵੱਡੇ ਕੰਮ ਉਹਨਾਂ ਦੀ ਖਾਤਰ ਕੀਤੇ ਸਨ। ਇਜ਼ਰਾਈਲੀ ਵਫਾਦਾਰ ਰਹੇ, ਪਰ ਜਦੋਂ ਇਹ ਪੀੜ੍ਹੀ ਖਤਮ ਹੋ ਗਈ ਅਤੇ ਅਗਲੀ ਉੱਠ ਖੜੀ ਹੋਈ, ਜਿਨ੍ਹਾਂ ਨੇ ਕਨਾਨੀਆਂ ਨਾਲ ਆਪਸੀ ਵਿਆਹ ਕਰ ਲਏ ਅਤੇ ਬੁੱਤਾਂ ਦੀ ਪੂਜਾ ਸ਼ੁਰੂ ਕਰ ਦਿੱਤੀ, ਖੁਦਾ ਨੇ ਮੈਸੋਪੋਟਾਮੀਆ ਨੂੰ 80 ਸਾਲ ਤਾਈਂ ਖੁੱਲ੍ਹ ਦੇ ਰੱਖੀ ਕਿ ਉਹ ਉਹਨਾਂ ਨੂੰ ਆਪਣੀ ਗੁਲਾਮੀ ਵਿੱਚ ਰੱਖਣ। ਜਦੋਂ ਉਹਨਾਂ ਤੌਬਾ ਕੀਤੀ ਤਾਂ ਖੁਦਾ ਨੇ ਅਤਨੀਏਲ ਨੂੰ ਭੇਜਿਆ, ਜੋ ਕਾਲੇਬ ਦਾ ਭਤੀਜਾ ਸੀ, ਕਿ ਉਹਨਾਂ ਦੀ ਰਿਹਾਈ ਕਰਾਏ। ਉਸਨੇ 40 ਸਾਲ ਰਾਜ ਕੀਤਾ। ਇਸ ਤੋਂ ਪਿੱਛੋਂ ਇਜ਼ਰਾਈਲੀ ਫਿਰ ਗੁਨਾਹ ਵਿੱਚ ਫਸ ਗਏ ਅਤੇ ਮੁਆਬੀਆ ਨੇ 18 ਸਾਲ ਤਾਈਂ ਉਹਨਾਂ ਨੂੰ ਤੰਗ ਕੀਤਾ। ਫਿਰ ਯਹੂਦ ਨੇ ਆ ਕੇ ਉਹਨਾਂ ਦਾ ਛੁਟਕਾਰਾ ਕਰਾਇਆ ਅਤੇ ਉਹ 24 ਸਾਲ ਅਮਨ ਵਿੱਚ ਰਹੇ। ਯਹੂਦ ਦੀ ਫਤਿਹ ਤੋਂ ਛੇਤੀ ਮਗਰੋਂ ਸਮਗਰ ਨੇ ਇਜ਼ਰਾਈਲ ਨੂੰ ਫਲਸਤੀਨੀਆਂ ਤੋਂ ਛੁਡਾਇਆ ਅਤੇ ਉਹਨਾਂ ਦੇ 600 ਆਦਮੀ ਹਲਦੇ ਫਾਲੇ ਨਾਲ ਮਾਰ ਦਿੱਤੇ। ਦਬੋਰਾ ਇੱਕ ਨੇਕ ਔਰਤ ਸੀ। ਉਹ ਆਪਣੀ ਕਾਬਲੀਅਤ ਦੇ ਕਾਰਨ ਇਜ਼ਰਾਈਲ ਦਾ ਇਨਸਾਫ ਕਰਦੀ ਸੀ। ਆਪਣੇ ਇੱਕ ਜਰਨੈਲ ਬਾਰਾਕ ਦੇ ਹੱਥੀਂ ਉਸਨੇ ਇਜ਼ਰਾਈਲ ਨੂੰ ਕਨਾਨੀਆਂ ਦੇ ਹੱਥੋਂ ਛੁਟਕਾਰਾ ਦਿਵਾਇਆ, ਜਿਨ੍ਹਾਂ ਦੇ ਹੇਠ ਉਹ 20 ਸਾਲ ਦੱਬੇ ਰਹੇ ਸਨ। ਗਿਦਿਓਨ। ਜਦੋਂ ਇਜ਼ਰਾਈਲੀ ਫਿਰ ਗੁਨਾਹ ਵਿੱਚ ਪੈ ਗਏ ਤਾਂ ਖੁਦਾ ਨੇ ਉਹਨਾਂ ਨੂੰ 7 ਸਾਲਾਂ ਲਈ ਮਿਦਿਆਨੀ ਦੇ ਹੱਥਾਂ ਵਿੱਚ ਦਿੱਤਾ। ਉਹਨਾਂ ਨੂੰ ਗਿਦਿਓਨ ਨੇ ਛੁਡਾਇਆ, ਜੋ ਕਿ ਮਨਸ਼ਾ ਦੇ ਕਬੀਲੇ ਦਾ ਇੱਕ ਹਲੀਮ ਆਦਮੀ ਸੀ। ਇਹ ਕਾਰਜ ਉਦੇਸ਼ ਉਸਨੂੰ ਇੱਕ ਫਰਿਸ਼ਤੇ ਦੇ ਰਾਹੀਂ ਪਤਾ ਲੱਗਾ, ਜਿਸ ਨੇ ਉਸ ਦੇ ਸਾਹਮਣੇ ਕਈ ਚਮਤਕਾਰ ਕਰਕੇ ਵਿਖਾਏ। ਖੁਦਾ ਨੇ ਹੁਕਮ ਦਿੱਤਾ ਕਿ ਉਹ 1000 ਆਦਮੀਆਂ ਵਿੱਚੋਂ ਜਿਹੜੇ ਉਹਦੇ ਕੋਲ ਰਹਿ ਗਏ ਸਨ 300 ਚੁਣੇ। ਉਸਨੇ ਉਹਨਾਂ ਨੂੰ ਨਰਸਿੰਗੇ ਅਤੇ ਮਸਾਲਾਂ ਦਿੱਤੀਆਂ, ਜੋ ਕਿ ਮਿੱਟੀ ਦੇ ਵੱਡੇ ਭਾਂਡਿਆਂ ਵਿੱਚ ਬੰਦ ਸਨ। ਅੱਧੀ ਰਾਤ ਵੇਲੇ ਇਸ਼ਾਰਾ ਮਿਲਦਿਆਂ ਸਾਰ ਇਜ਼ਰਾਈਲੀਆਂ ਨੇ ਉਹ ਭਾਂਡੇ ਜਿਨ੍ਹਾਂ ਵਿੱਚ ਮਿਸਾਲਾਂ ਬਲਦੀਆਂ ਸਨ ਭੰਨ ਦਿੱਤੇ ਅਤੇ ਉੱਚੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਖੁਦਾਵੰਦ ਅਤੇ ਗਿਦਿਓਨ ਦੀ ਤਲਵਾਰ। ਮਿਦਿਆਨੀ ਖੌਫਜ਼ਦਾ ਹੋ ਕੇ ਘਬਰਾ ਗਏ ਅਤੇ ਇੱਕ ਦੂਜੇ ਨੂੰ ਹੀ ਕਤਲ ਕਰਨ ਲੱਗ ਪਏ। ਗਿਦਿਓਨ ਨੇ ਇਜ਼ਰਾਈਲ ਉੱਤੇ 40 ਸਾਲ ਹਕੂਮਤ ਕੀਤੀ। ਅਬੀਮਲਕ ਗਿਦਿਓਨ ਦਾ ਪੁੱਤਰ ਸੀ, ਜਿਸ ਨੇ ਸੱਤਾਂ ਵਿੱਚ ਆਉਣ ਲਈ ਆਪਣੇ ਸਾਰੇ ਭਰਾਵਾਂ ਨੂੰ ਮਾਰ ਸੁੱਟਿਆ ਸੀ। ਉਸ ਦਾ ਰਾਜ ਕੇਵਲ 3 ਸਾਲ ਰਿਹਾ। ਜਦੋਂ ਉਸ ਨੇ ਤਿਬਸ ਦੇ ਸ਼ਹਿਰ ਦੁਆਲੇ ਘੇਰਾ ਪਾਇਆ ਹੋਇਆ ਸੀ, ਇੱਕ ਔਰਤ ਨੇ ਉਸ ਦੇ ਸਿਰ ਤੋਂ ਇੱਕ ਪੱਥਰ ਸੁੱਟ ਦਿੱਤਾ, ਜਿਸ ਨਾਲ ਉਹ ਨਠਾਲ ਹੋ ਕੇ ਡਿੱਗ ਪਿਆ। ਉਸਨੇ ਆਪਣੇ ਇੱਕ ਹਥਿਆਰ ਬਰਦਾਰ ਨੂੰ ਹੁਕਮ ਦਿੱਤਾ ਕਿ ਉਸ ਨੂੰ ਨੇਜਾ ਖੋਪ ਦੇਵੇ, ਤਾਂ ਕਿ ਲੋਕ ਇਹ ਨਾ ਆਖਣ ਕਿ ਉਹ ਇੱਕ ਇਸਤਰੀ ਦੇ ਹੱਥੋਂ ਮਾਰਿਆ ਗਿਆ। ਤੋਲਾ ਤੇ ਯਾਇਰ। ਅਬੀਮਲਕ ਦੀ ਮੌਤ ਬਾਅਦ ਇਹਨਾਂ ਤੋਂ ਨਿਅੰਕਾਰਾਂ ਨੇ ਇਜ਼ਰਾਈਲ ਉੱਤੇ ਅਮਨ ਨਾਲ ਰਾਜ ਕੀਤਾ। ਯਿਫਤਾ। ਗਿਦਿਓਨ ਦੇ ਫਤਿਹ ਤੋਂ 90 ਸਾਲ ਬਾਅਦ ਇਜ਼ਰਾਈਲੀ ਫਿਰ ਬੁਰੇ ਕੰਮਾਂ ਵਿੱਚ ਪੈ ਗਏ। ਖੁਦਾ ਨੇ ਉਹਨਾਂ ਨੂੰ ਅਮੋਨੀਆਂ ਅਤੇ ਫਲਸਤੀਨੀਆਂ ਦੇ ਹੱਥਾਂ ਵਿੱਚ ਦੇ ਦਿੱਤਾ, ਜਿਨ੍ਹਾਂ ਦੇ ਕਬਜ਼ੇ ਵਿੱਚੋਂ ਯਿਫਤਾ ਨੇ ਉਹਨਾਂ ਨੂੰ ਛੁਡਾਇਆ। ਉਸ ਦੇ ਭਰਾਵਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਉਸ ਡਾਕੂਆਂ ਦੇ ਇੱਕ ਗਿਰੋਹ ਦਾ ਸਰਦਾਰ ਬਣ ਗਿਆ ਸੀ। ਜਦੋਂ ਉਸਨੇ ਆਪਣੀ ਸੈਨਾ ਨੂੰ ਮਿਸਪਾ ਦੇ ਮਕਾਮ ਉੱਤੇ ਇਕੱਠਾ ਕਰ ਲਿਆ ਤਾਂ ਉਸਨੇ
खुदा नाल इकरार किया कि फतेह दे पिछों जिहड़ा पहला शख्स उसके घर चों बाहर निकलेगा वो उसकी बलि देवेगा। तद यिप्तह मिस्पा विच वापस मुड़ के आया तां उसके घरों सब तो पहला उसकी इकलौती इकमात्र धी डफ वजाउंदी ते नचदी अपने पिता कोल मिलन आई। यिप्तह ने उसनूं देख के आप भरी अते कहा, हे मेरी धीए, तू मेरा दिल क्यों तोड़िया? मैं बहुत दुखी हाँ। मैं प्रभु सामने प्रतिज्ञा कीती है जो मैं वापस नहीं लै सकदा हाँ। उसकी धी ने उत्तर दिता, पिता जी, तुसी प्रभु नूं अपनी दिती प्रतिज्ञा अनुसार मेरे नाल करो। प्रभु ने तैनूं तेरे वैरी अमोनिया दे विरुद्ध जित दिती है। पर उसने अपने पिता नूं अगे कहा, पर तुसी मेरे लिए इन्ना करो कि मैनू 2 महीनों तक इकल्लिया रहन दिओ। मैं अपनियां सहेलियां नाल पहाड़ां विच मरन तो पहला अपने कुआरेपन दा सोग करां। उसने अपनी धी नूं उसदियां सहेलियां नाल घल दिता। तद वो अपनियां सहेलियां नाल पहाड़ां विच गई अते सोग कीता, क्योंकि वो कुंवारी बिना आदमी नाल संग कीतिया मर रही सी। 2 महीनों दे पिछों वो वापस अपने प्यो कोल आई। उसके पिता ने अपनी प्रभु अगे कीती प्रतिज्ञा अनुसार किया अते ओ कुआरी ही मर गई। हुण यहूदियां विच ये रीत है जिस अनुसार वो हर साल 4 दिनां दे लई बाहर यिप्तह दी धी लई सोग मनाउण जांदियां हन। ये उस दी लड़की सी जिसने सारी उम्र कुआरी रहन दा प्रण कीता सी। इस दे पिछों यिप्तह ने इफ्राइमियां नूं शिक्षा दिती जो हमेशा उस उत्ते झूठे दोष लाउंदे रहंदे सन। उसने 6 साल इजराइल नूं न्याय दिता। समसून फलिस्तीन लगातार इजराइलियां नूं तंग करदे सन। एक दिन फरिश्ता मनोआ उत्ते ज़ाहिर होया जो कि दान दी कुल विचों सी। उसनूं दस्सिया कि उसकी पत्नी एक मुंडे नूं जन्म देवेगी जिसका नाम समसून होवेगा जो इजराइल नूं आज़ाद करवावेगा। लड़का पैदा होया जो बचपन तो ही बड़ा बलवान सी। एक बार उसने एक शेर नूं पाड़ के टोटे कर दिते। फिर एक बार उसने फिलिस्तीनियां नूं मार सुट्टिया। फिर उसने 30 लूंबड़ियां दियां पूछां उत्ते बलदियां मसाला बन के दुश्मनां दे अनाज दे खेतां ते अंगूरां दे बागां विच छड्ड दिता। उसदे वैरियां ने उसदा पिछा कीता ते अंत विच चलाकी नाल उसनूं फड़ के बंदी बना लिया। उसने ਉਹ रस्से जिस नाल उसनूं बन्निया होया सी तोड़ लए ਅਤੇ ਇੱਕ ਖੋਤੇ ਦੇ ਜਬਾੜੇ ਨਾਲ 1000 ਆਦਮੀਆਂ ਨੂੰ ਮਾਰ ਸੁੱਟਿਆ। ਉਹਨਾਂ ਨੇ ਗਾਜ਼ਾ ਦੇ ਮਕਾਮ ਉੱਤੇ ਉਸ ਨੂੰ ਫਿਰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫਾਟਕ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਬਚ ਨਿਕਲਿਆ। ਸਮਸੂਨ ਦੀ ਦੂਜੀ ਬੀਵੀ ਨੇ ਉਸ ਕੋਲੋਂ ਉਸ ਦੀ ਸ਼ਕਤੀ ਦਾ ਰਾਜ ਪਤਾ ਕਰਕੇ ਫਲਸਤੀਨੀਆਂ ਨੂੰ ਦੱਸ ਦਿੱਤਾ। ਉਹ ਨਾਸਰੀ ਸੀ ਅਤੇ ਉਸ ਦੀ ਸ਼ਕਤੀ ਉਸ ਦੇ ਵਾਲਾਂ ਵਿੱਚ ਸੀ। ਇੱਕ ਦਿਨ ਜਦੋਂ ਉਹ ਸੁੱਤਾ ਹੋਇਆ ਸੀ ਦਲੀਲਾ ਨੇ ਉਸ ਦੇ ਵਾਲ ਕੱਟ ਦਿੱਤੇ। ਤਦ ਫਲਸਤੀਨੀਆਂ ਨੇ ਉਸ ਨੂੰ ਫੜ ਕੇ ਉਸ ਦੀਆਂ ਅੱਖਾਂ ਕੱਟ ਦਿੱਤੀਆਂ ਅਤੇ ਉਸ ਨੂੰ ਅਨਾਜ ਪੀਣ ਤੇ ਲਾ ਦਿੱਤਾ। ਸਮਸੂਨ ਨੇ ਆਪਣੀ ਤਾਕਤ ਹਾਸਲ ਕਰਨ ਲਈ ਖੁਦਾ ਅੱਗੇ ਦੁਆ ਕੀਤੀ। ਖੁਦਾ ਨੇ ਉਸ ਦੀ ਪੁਕਾਰ ਸੁਣੀ। ਇੱਕ ਦਿਨ ਉਹ ਫਲਸਤੀਨੀਆਂ ਦੇ ਮੰਦਰ ਵਿੱਚ ਸੀ ਜਿੱਥੇ ਬਹੁਤ ਲੋਕ ਇਕੱਠੇ ਹੋਏ। ਉਸਨੇ 2 ਵੱਡੇ ਥੰਮ ਫੜ ਕੇ ਹਿਲਾ ਦਿੱਤੇ ਜਿਸ ਨਾਲ ਮੰਦਰ ਡਿੱਗ ਪਿਆ ਅਤੇ ਸਮਸੂਨ ਖੁਦ ਵੀ ਉਸ ਦੇ ਥੱਲੇ ਆ ਕੇ ਮਰ ਗਿਆ। ਉਸਨੇ ਇਜ਼ਰਾਈਲ ਉੱਤੇ 20 ਸਾਲ ਨਿਆਂ ਕੀਤਾ। ਏਲੀ ਇਹ ਇੱਕ ਨੇਕ ਆਦਮੀ ਸੀ ਜੋ ਇਜ਼ਰਾਈਲ ਉੱਤੇ ਰਾਜ ਕਰਦਾ ਸੀ। ਉਸ ਦੇ 2 ਪੁੱਤਰ ਉਫਨੀ ਅਤੇ ਫਿਨਹਾਸ ਝੂਠੇ ਦੇਵਤਿਆਂ ਦੀ ਸੇਵਾ ਕਰਦੇ ਸਨ ਅਤੇ ਲੋਕਾਂ ਲਈ ਭੈੜਾ ਨਮੂਨਾ ਪੇਸ਼ ਕਰਦੇ ਸਨ ਪਰ ਏਲੀ ਉਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਰੱਖਦਾ ਸੀ। ਖੁਦਾ ਏਲੀ ਦੀ ਇਸ ਕਮਜ਼ੋਰੀ ਤੋਂ ਬਹੁਤ ਨਾਰਾਜ਼ ਸੀ। ਇਸ ਲਈ ਉਸਨੇ ਏਲੀ ਨੂੰ ਕਰੜੀ ਸਜ਼ਾ ਦਿੱਤੀ। ਲੜਾਈ ਲੱਗ ਗਈ ਅਤੇ ਫਿਲਿਸਤੀਨੀਆਂ ਨੇ ਸ਼ਹਾਦਤ ਦੇ ਸੰਦੂਕ ਉੱਤੇ ਕਬਜ਼ਾ ਕਰ ਲਿਆ ਅਤੇ ਉਸ ਨੂੰ ਦਾਗੋਨ ਦੇਵਤਾ ਦੇ ਮੰਦਰ ਵਿੱਚ ਲੈ ਗਏ। ਫਲਸਤੀਨੀ ਸ਼ਹਾਦਤ ਦੇ ਸੰਦੂਕ ਨੂੰ ਜਿੱਥੇ ਵੀ ਲੈ ਕੇ ਗਏ ਮੌਤ ਤੇ ਬਿਮਾਰੀ ਉਹਨਾਂ ਦੇ ਮਗਰੋਂ ਨਾਲ ਲੱਥੀ। ਸੋ ਉਹਨਾਂ ਨੇ ਉਸ ਨੂੰ ਇੱਕ ਬੱਗੀ ਉੱਤੇ ਰੱਖ ਦਿੱਤਾ ਜਿਸ ਅੱਗੇ 2 ਵਿਹੜਕੇ ਜੁੱਤੀਆਂ ਹੋਈਆਂ ਸਨ ਪਰ ਕੋਈ ਹੱਕਰ ਜਾਂ ਚਲਾਉਣ ਵਾਲਾ ਨਹੀਂ ਸੀ। ਉਹ ਆਪਣੇ ਆਪ ਬੈਤਸ਼ਮਸ਼ ਵੱਲ ਚਲੀਆਂ ਗਈਆਂ। ਬੈਤਸ਼ਮਸ਼ ਵੱਲ ਦੇ ਲੋਕਾਂ ਫਸਲ ਕੱਟ ਰਹੇ ਸਨ। ਕੁਝ ਲੇਵੀਆਂ ਨੇ ਸ਼ਹਾਦਤ ਦੇ ਸੰਦੂਕ ਨੂੰ ਇੱਕ ਵੱਡੇ ਪੱਥਰ ਉੱਤੇ ਰੱਖ ਦਿੱਤਾ ਤੇ ਬਾਕੀ ਕੁਰਬਾਨੀ ਚੜਾਉਣ ਦੀ ਤਿਆਰੀ ਕਰਨ ਲੱਗੇ। ਉਹਨਾਂ ਦੇ ਬਹੁਤ ਸਾਰੇ ਲੋਕ ਮਾਰੇ ਗਏ ਕਿਉਂਕਿ ਉਹਨਾਂ ਨੇ ਕਾਨੂੰਨ ਤੋੜਿਆ ਸੀ ਜੋ ਅਣਢੱਕੇ ਸੰਦੂਕ ਵੱਲ ਵੇਖਣ ਦੀ ਮਨਾਹੀ ਕਰਦਾ ਸੀ। ਇਸ ਤੋਂ ਬਾਅਦ ਸੰਦੂਕ ਨੂੰ ਅਬੀਨਦਾਬ ਦੇ ਘਰ ਲਿਜਾਇਆ ਗਿਆ ਜਿੱਥੇ ਉਹ ਦਾਊਦ ਬਾਦਸ਼ਾਹ ਦੇ ਜ਼ਮਾਨੇ ਤੱਕ ਰਿਹਾ। ਸੈਮੂਅਲ ਹੰਨਾ ਨਾਂ ਦੀ ਇੱਕ ਨੇਕ ਔਰਤ ਦਾ ਪੁੱਤਰ ਸੀ ਜੋ ਸ਼ਿਲੋ
ਵਿੱਚ ਰਹਿੰਦਾ ਸੀ। ਬਚਪਨ ਵਿੱਚ ਹੀ ਉਸ ਨੂੰ ਖੁਦਾ ਦੀ ਖਿਦਮਤ ਲਈ ਮਖਸੂਸ ਕਰ ਦਿੱਤਾ ਗਿਆ ਸੀ। ਏਲੀ ਦੀ ਮੌਤ ਦੇ ਬਾਅਦ ਉਹ ਇਜ਼ਰਾਈਲ ਦਾ ਪੁਰੋਹਿਤ ਮੁਕਰਰ ਹੋਇਆ ਅਤੇ ਲੋਕਾਂ ਨੂੰ ਖੁਦਾ ਦੀ ਬੰਦਗੀ ਵੱਲ ਮੋੜ ਲਿਆਇਆ। ਬਜ਼ੁਰਗ ਹੋਣ ਦੇ ਕਾਰਨ ਉਸਨੇ ਆਪਣੇ ਫਰਜ਼ ਨਿਭਾਉਣ ਲਈ ਆਪਣੇ 2 ਪੁੱਤਰਾਂ ਨੂੰ ਚੁਣਿਆ। ਉਹ ਘਰੋਂ ਵੱਡੀ ਲੈਣ ਲੱਗ ਪਏ। ਇਸ ਲਈ ਇਜ਼ਰਾਈਲ ਦੇ ਬਜ਼ੁਰਗਾਂ ਨੇ ਸੈਮੂਅਲ ਦੀ ਮਿੰਨਤ ਕੀਤੀ ਕਿ ਉਹ ਉਹਨਾਂ ਉੱਤੇ ਰਾਜ ਕਰਨ ਲਈ ਇੱਕ ਬਾਦਸ਼ਾਹ ਮੁਕਰਰ ਕਰੇ। ਉਸਨੇ ਖੁਦਾ ਨਾਲ ਗੱਲ ਕੀਤੀ। ਖੁਦਾ ਨੇ ਉਸਨੂੰ ਦੱਸਿਆ ਕਿ ਉਹ ਲੋਕਾਂ ਨੂੰ ਬਾਦਸ਼ਾਹ ਦੇ ਹਕੂਮਤ ਤੇ ਅਖਤਿਆਰ ਸਮਝਾਏ। ਇਹ ਸਾਰੀਆਂ ਗੱਲਾਂ ਸੁਣਨ ਦੇ ਬਾਅਦ ਵੀ ਲੋਕ ਆਪਣੀ ਮੰਗ ਤੇ ਡਟੇ ਰਹੇ। ਕੁਝ ਚਿਰ ਪਿੱਛੋਂ ਸੈਮੂਅਲ ਨੇ ਲੋਕਾਂ ਨੂੰ ਮਿਸਪਾ ਦੇ ਮਕਾਮ ਤੇ ਇਕੱਠੇ ਕੀਤਾ ਅਤੇ ਉਹ ਆਪਣੇ ਬਾਦਸ਼ਾਹ ਨੂੰ ਵੇਖਣ। ਹੁਣ ਅਸੀਂ ਇਸ ਦੇ ਸਵਾਲ ਜਵਾਬ ਕਰਾਂਗੇ। ਸਵਾਲ ਪਹਿਲਾ, ਯਹੋਸ਼ੂਆ ਦੀ ਹਕੂਮਤ ਦੇ ਬਾਅਦ ਕਿੰਨੇ ਸਮੇਂ ਤੱਕ ਇਜ਼ਰਾਈਲ ਸਰਦਾਰ ਪੁਰੋਹਿਤ ਦੀ ਹਕੂਮਤ ਥੱਲੇ ਰਿਹਾ? ਜਵਾਬ, ਲਗਭਗ 40 ਸਾਲ ਤੱਕ ਇਜ਼ਰਾਈਲ ਸਰਦਾਰ ਪੁਰੋਹਿਤ ਦੀ ਹਕੂਮਤ ਥੱਲੇ ਰਿਹਾ। ਸਵਾਲ ਦੂਸਰਾ, ਅਤਨਾਇਲ ਕਿਸ ਦਾ ਭਤੀਜਾ ਸੀ? ਉਸਨੇ ਕਿੰਨੇ ਸਾਲ ਤੱਕ ਰਾਜ ਕੀਤਾ? ਜਵਾਬ, ਅਤਨਾਇਲ ਕਾਲੇਬ ਦਾ ਭਤੀਜਾ ਸੀ। ਉਸਨੇ 40 ਸਾਲ ਰਾਜ ਕੀਤਾ। ਸਵਾਲ ਤੀਸਰਾ, ਦਬੋਰਾ ਕੌਣ ਸੀ? ਉਹ ਕੀ ਕਰਦੀ ਸੀ? ਜਵਾਬ, ਦਬੋਰਾ ਇੱਕ ਨੇਕ ਔਰਤ ਸੀ। ਉਹ ਆਪਣੀ ਕਾਬਲੀਅਤ ਦੇ ਕਾਰਨ ਇਜ਼ਰਾਈਲ ਦਾ ਇਨਸਾਫ ਕਰਦੀ ਸੀ। ਸਵਾਲ ਚੌਥਾ, ਜਦੋਂ ਇਜ਼ਰਾਈਲੀ ਫੇਰ ਗੁਨਾਹ ਵਿੱਚ ਪੈ ਗਏ ਤਾਂ ਖੁਦਾ ਨੇ ਉਹਨਾਂ ਨੂੰ ਕਿੰਨੇ ਸਾਲ ਕਿਸ ਦੇ ਹੱਥਾਂ ਵਿੱਚ ਦੇ ਦਿੱਤਾ? ਜਵਾਬ, ਖੁਦਾ ਨੇ ਉਹਨਾਂ ਨੂੰ 7 ਸਾਲਾਂ ਲਈ ਮਿਦਿਆਨੀ ਦੇ ਹੱਥਾਂ ਵਿੱਚ ਦਿੱਤਾ। ਸਵਾਲ ਪੰਜਵਾਂ, ਗਿਦਿਓਨ ਨੇ ਇਜ਼ਰਾਈਲ ਉੱਤੇ ਕਿੰਨੇ ਸਾਲ ਹਕੂਮਤ ਕੀਤੀ? ਜਵਾਬ, 40 ਸਾਲ ਤੱਕ ਹਕੂਮਤ ਕੀਤੀ। ਸਵਾਲ ਛੇਵਾਂ, ਸਮਸੂਨ ਦੀ ਕਿਹੜੀ ਪਤਨੀ ਨੇ ਉਸ ਦੀ ਸ਼ਕਤੀ ਦਾ ਰਾਜ ਕਿਸ ਨੂੰ ਦੱਸਿਆ? ਜਵਾਬ, ਸਮਸੂਨ ਦੀ ਦੂਜੀ ਪਤਨੀ ਨੇ ਉਸ ਦੀ ਸ਼ਕਤੀ ਦਾ ਰਾਜ ਫਲਸਤੀਨੀਆਂ ਨੂੰ ਦੱਸਿਆ। ਸਵਾਲ ਸੱਤਵਾਂ, ਸਮਸੂਨ ਦੀ ਸ਼ਕਤੀ ਦਾ ਰਾਜ ਕਿੱਥੇ ਸੀ? ਜਵਾਬ, ਸਮਸੂਨ ਦੀ ਸ਼ਕਤੀ ਦਾ ਰਾਜ ਉਸ ਦੇ ਵਾਲਾਂ ਵਿੱਚ ਸੀ। ਸਵਾਲ ਅੱਠਵਾਂ, ਏਲੀ ਕੌਣ ਸੀ? ਜਵਾਬ, ਏਲੀ ਇੱਕ ਨੇਕ ਆਦਮੀ ਸੀ ਜੋ ਇਜ਼ਰਾਈਲ ਉੱਤੇ ਰਾਜ ਕਰਦਾ ਸੀ। ਸਵਾਲ ਨੌਵਾਂ, ਏਲੀ ਦੀ ਮੌਤ ਕਿਸ ਤਰ੍ਹਾਂ ਹੋਈ? ਜਵਾਬ, ਏਲੀ ਬਜ਼ੁਰਗ ਹੋਣ ਕਰਕੇ ਆਪਣੇ ਭਾਰ ਨਾਲ ਪਿੱਛੇ ਨੂੰ ਡਿੱਗ ਪਿਆ ਅਤੇ ਮਰ ਗਿਆ। ਸਵਾਲ 10ਵਾਂ, ਸੈਮੂਅਲ ਕਿਸ ਦਾ ਪੁੱਤਰ ਸੀ? ਜਵਾਬ, ਸੈਮੂਅਲ ਹੰਨਾ ਨਾਂ ਦੀ ਇੱਕ ਨੇਕ ਔਰਤ ਦਾ ਪੁੱਤਰ ਸੀ। ਸੋ ਜੋ ਵੀ ਅੱਜ ਅਸੀਂ ਅਧਿਆਇ 5ਵੇਂ ਦੇ ਵਿੱਚ ਨਿਆਂ ਅਧਿਕਾਰੀ ਬਾਰੇ ਪੜ੍ਹਿਆ ਹੈ, ਇਸ ਦੇ ਸਵਾਲ ਜਵਾਬ ਕੀਤੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਨੂੰ ਜ਼ਰੂਰ ਸਮਝ ਲੱਗੇ ਹੋਣਗੇ। ਤੁਸੀਂ ਆਪਣੇ ਘਰ ਦੇ ਵਿੱਚ ਇਸ ਪਾਠ ਨੂੰ ਦੁਬਾਰਾ ਇੱਕ ਵਾਰ ਪੜ੍ਹਨਾ ਅਤੇ ਸਵਾਲ ਜਵਾਬ ਨੂੰ ਯਾਦ ਕਰਨਾ। ਧੰਨਵਾਦ।